ਕਿਤੇ ਐਡਰੈਸ ਕਰਿਆ ਜਾਂਦਾ ਸਾਨੂੰ ਪਿੱਛੇ ਦੇ ਨਾਲ ਤੋਂ ਬੁਲਾਇਆ ਜਾਂਦਾ ਕਿ ਟਰਾਂਸਪੋਰਟ ਮਾਫੀਆ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿ ਅਸੀਂ ਦੱਸਣਾ ਚਾਹੁੰਦੇ ਕਿ ਅਸੀਂ ਮਾਫੀਆ ਨਹੀਂ ਹੈ, ਸਾਡਾ ਮਾਫੀਆ ਦਾ ਕੋਈ ਲੈਣਾ ਦੇਣਾ ਨਹੀਂ। ਪੰਜਾਬ ਦੇ ਜਿਹੜੇ ਬੱਸ ਸਟੇਜ ਕੈਰੇਜ ਆਪਰੇਟਰ ਹੈ ਸਰਕਾਰ ਦੇ ਮਨਜ਼ੂਰਸ਼ੁਦਾ ਸਾਨੂੰ ਸਰਕਾਰ ਪਰਮਿਟ ਗ੍ਰਾਂਟ ਕਰਦੀ ਹੈ, ਉਸ ਪਰਮਿਟ ਤੇ ਅਸੀਂ ਬੱਸ ਪਾਸ ਪਾਉਨੇ ਆਪਣੀ ਬੱਸ ਪਾ ਕੇ ਗੱਡੀਆਂ ਇੰਸ਼ੋਰਡ ਹੁੰਦੀਆਂ। ਸਾਡੇ ਕੋਲ ਕੋਈ ਐਸਾ ਕੰਮ ਨਹੀਂ ਹੈ ਕਿ ਜਿਹੜਾ ਕਿਸੇ ਦੇ ਕੋਈ ਕਹਿ ਸਕੇ ਵੀ ਇਲੀਗਲ ਕੰਮ ਕਰਦੇ ਤਕਲੀਫ ਦਿੱਤੀ ਹੈ। ਅਸੀਂ ਬਹੁਤ ਮੁਸੀਬਤ ਵਾਲੇ ਟਾਈਮ ਚੋਂ ਨਿਕਲ ਰਹੇ ਹਾਂ, ਬਹੁਤ ਮਾੜਾ ਸਮਾਂ ਆ ਗਿਆ ਪਿਛਲੇ ਮਹਾਮਾਰੀ ਤੋਂ ਬਾਅਦ, ਤੇ ਜੋ ਸਰਕਾਰ ਦੀ ਤੇ ਆਮ ਜਨਤਾ ਦੀ ਧਾਰਨਾ ਬਣ ਗਈ ਹੈ ਉਹ ਇਹ ਹੈ ਕਿ ਅਸੀਂ ਮਾਫੀਆ ਹਾਂ। ਸਾਨੂੰ ਜਿੱਥੇ ਵੀ ਕਿਤੇ ਐਡਰੈਸ ਕਰਿਆ ਜਾਂਦਾ ਸਾਨੂੰ ਮਾਫੀਆ ਦੇ ਨਾਂ ਤੋਂ ਬੁਲਾਇਆ ਜਾਂਦਾ ਵੀ ਇਹ ਟਰਾਂਸਪੋਰਟ ਮਾਫੀਆ ਹੈ। ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਮਾਫੀਆ ਨਹੀਂ ਹੈ, ਸਾਡਾ ਮਾਫੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਿ ਵੀ ਮਾਫੀਆ ਕੀ ਹੁੰਦਾ ਹੈ। ਮਾਫੀਆ ਇੱਕ ਆਰਗੇਨਾਈਜ਼ਡ ਗਰੁੱਪ ਆਫ ਕ੍ਰਿਮੀਨਲਸ ਨੇ ਜੋ ਇਕੱਠੇ ਹੋ ਕਰਕੇ ਪ੍ਰੈਸ਼ਰ ਪਾ ਕੇ ਲੋਕਾਂ ਤੋਂ ਆਪਣਾ ਕੰਮ ਕਢਾਉਂਦੇ ਨੇ, ਜਦਕਿ ਅਸੀਂ ਪੰਜਾਬ ਦੇ ਜਿਹੜੇ ਬੱਸ ਸਟੇਜ ਕੈਰੇਜ ਆਪਰੇਟਰ ਹੈ ਸਰਕਾਰ ਦੇ ਮਨਜ਼ੂਰਸ਼ੁਦਾ ਸਾਨੂੰ ਸਰਕਾਰ ਪਰਮਿਟ ਗ੍ਰਾਂਟ ਕਰਦੀ ਹੈ, ਉਸ ਪਰਮਿਟ ਤੇ ਅਸੀਂ ਬੱਸ ਪਾਸ ਪਾਉਨੇ ਆਪਣੀ ਬੱਸ ਪਾ ਕੇ ਸਰਕਾਰ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਸਰਕਾਰ ਦੇ ਮਨਜ਼ੂਰਸ਼ੁਦਾ ਕਿਰਾਏ ਦੇ ਹਿਸਾਬ ਨਾਲ ਅਸੀਂ ਆਪਣੀ ਗੱਡੀਆਂ ਚਲਾਉਂਦੇ ਹਾਂ। ਟਾਈਮ ਸਿਰ ਗੱਡੀ ਦੀ ਫਿਟਨੈਸ ਹੁੰਦੀ ਹੈ, ਗੱਡੀਆਂ ਇੰਸ਼ੋਰਡ ਹੁੰਦੀਆਂ ਨੇ। ਸਾਡੇ ਕੋਲ ਕੋਈ ਐਸਾ ਕੰਮ ਨਹੀਂ ਹੈ ਕਿ ਜਿਹੜਾ ਕਿਸੇ ਦੇ ਕੋਈ ਕਹਿ ਸਕੇ ਵੀ ਇਹ ਇਲੀਗਲ ਕੰਮ ਕਰਦੇ ਨੇ। ਸਾਡਾ ਸਾਰਾ ਕੰਮ ਲੀਗਲ ਹੈ ਤੇ ਕੋਈ ਐਸੀ ਗੱਲ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਹੈ ਕਦੋਂ ਇਹ ਮਾਫੀਆ ਦਾ ਵਰਡ ਸਾਡੇ ਨਾਲ ਜੁੜ ਗਿਆ। ਅਸੀਂ ਪਹਿਲੀ ਬੇਨਤੀ ਤਾਂ ਇਹ ਕਰਨਾ ਚਾਹਾਂਗੇ ਕਿ ਵੀ ਅਸੀਂ ਮਾਫੀਆ ਨਹੀਂ ਹੈ, ਅਸੀਂ ਟਰਾਂਸਪੋਰਟਰ ਹੈ ਤੇ ਸਾਨੂੰ ਟਰਾਂਸਪੋਰਟਰ ਮੰਨਿਆ ਜਾਵੇ। ਅਸੀਂ ਮੇਰੀ ਜਿਹੜੀ ਕੰਪਨੀ ਹੈ ਜੀ 1948 ਦੀ ਰਜਿਸਟਰਡ ਹੈ, ਕੋਈ ਇਹ ਨਵੇਂ ਕੰਪਨੀ ਵਾਲੇ ਨਹੀਂ ਆਏ, ਇਹਨਾਂ ਦੀ ਕੰਪਨੀ ਹੈ 1937 ਦੀ ਰਜਿਸਟਰਡ ਹੈ। ਹੋਰ ਕੰਪਨੀਆਂ ਨੇ ਉਸ ਤੋਂ ਵੀ ਪੁਰਾਣੀਆਂ ਨੇ, ਕਿ ਕੋਈ ਨਵੇਂ ਅਸੀਂ ਕੰਮ 'ਚ ਨਹੀਂ ਆਏ, ਅਸੀਂ ਪੁਰਾਣੇ ਆਪਰੇਟਰ ਹੈ। ਇੱਕ ਪੋਲੀਟੀਕਲ ਪਰਿਵਾਰ ਜੇ ਕੋਈ ਵਪਾਰ ਕਰਨ ਲੱਗ ਜਾਂਦਾ ਹੈ ਇਹਦਾ ਮਤਲਬ ਨਹੀਂ ਕਿ ਉਹ ਮਾਫੀਆ ਹੋ ਗਿਆ ਜਾਂ ਉਹਦੇ ਕਰਕੇ ਸਾਰੇ 90% ਵੀ ਮਾਫੀਆ ਹੋ ਗਏ। ਜਿਹੜਾ ਪੋਲੀਟੀਕਲ ਪਰਿਵਾਰ ਹੈ ਉਹਨਾਂ ਕੋਲ 329 ਬੱਸਾਂ ਨੇ, 2200 ਬੱਸਾਂ ਟੋਟਲ ਪ੍ਰਾਈਵੇਟ ਨੇ ਤੇ 329 ਦਾ 12-15% ਉਹਨਾਂ ਦੀ ਐਵਰੇਜ ਬਣਦੀ ਹੈ। ਕਿਲੋਮੀਟਰ ਉਹਨਾਂ ਕੋਲ ਘੱਟ ਨੇ ਤੇ ਇਸ ਕਰਕੇ ਉਹਨਾਂ ਦੇ ਨਾਲ ਕਿਸੇ ਨੂੰ ਨੁਕਸਾਨ ਕਰਨ ਵਾਸਤੇ ਸਾਡਾ ਸਾਰਿਆਂ ਦਾ ਨੁਕਸਾਨ ਹੋ ਰਿਹਾ ਹੈ। 20/3/2020 ਤੋਂ ਪਹਿਲਾਂ ਕੋਈ ਬੰਦਾ ਡਿਫਾਲਟਰ ਨਹੀਂ ਸੀ। ਜਦੋਂ ਲੋਕਡਾਊਨ ਲੱਗਿਆ ਉਦੋਂ ਸਭ ਦੇ ਟੈਕਸ ਅਪ ਟੂ ਡੇਟ ਸੀ, ਕਿਸ਼ਤਾਂ ਅਪ ਟੂ ਡੇਟ ਸੀ, ਇੰਸ਼ੋਰੈਂਸ ਅਪ ਟੂ ਡੇਟ ਸੀਗੀਆਂ। ਜਦੋਂ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਕੰਮ ਸਾਡਾ ਵਿਗੜਦਾ ਚਲਾ ਗਿਆ, ਸਾਡੀ ਕਿਸੇ ਨੇ ਬਾਂਹ ਨਹੀਂ ਫੜੀ। ਅਸੀਂ ਇਸ ਹਾਲਾਤ 'ਤੇ ਅੱਜ ਆ ਗਏ ਹਾਂ ਕਿ ਸਾਨੂੰ ਇੱਕ ਦੁਕਾਨਦਾਰ 100 ਰੁਪਏ ਦਾ ਜਾਂ 500 ਰੁਪਏ ਦਾ ਸਪੇਅਰ ਪਾਰਟ ਦੇ ਕੇ ਰਾਜੀ ਨਹੀਂ ਹੈ ਉਧਾਰ 'ਚ। ਬੈਂਕ ਸਾਨੂੰ ਫਾਈਨੈਂਸ ਨਹੀਂ ਕਰ ਰਿਹਾ, ਉਹ ਕਹਿੰਦੇ ਵੀ ਬੱਸਾਂ ਨੂੰ ਫਾਈਨੈਂਸ ਨਹੀਂ ਕਰਨਾ, ਟਰੱਕਾਂ ਨੂੰ ਜਿੰਨੀ ਮਰਜ਼ੀ ਫਾਈਨੈਂਸ ਲੈ ਲਓ। ਇੰਸ਼ੋਰੈਂਸਾਂ ਸਾਡੀਆਂ ਟੁੱਟ ਗਈਆਂ, ਫਿਟਨੈਸਾਂ ਸਾਡੀਆਂ ਇਸ ਕਰਕੇ ਟੁੱਟ ਗਈਆਂ। ਸਰਕਾਰ ਨੇ ਸਾਡੀ ਕੋਈ ਇਮਦਾਦ ਨਹੀਂ ਕਰੀ। ਇੱਕ ਸਾਨੂੰ ਕੈਪਟਨ ਸਾਹਿਬ ਦੇ ਟਾਈਮ ਥੋੜ੍ਹਾ ਜਿਹਾ ਰਿਲੀਫ ਮਿਲਿਆ, ਉਸ ਤੋਂ ਬਾਅਦ ਕੋਈ ਰਿਲੀਫ ਨਹੀਂ ਮਿਲਿਆ। ਉਲਟਾ ਸਾਨੂੰ ਉੱਧਰ ਨੂੰ ਜ਼ਿਆਦਾ ਧੱਕਿਆ ਗਿਆ ਵੀ ਅਸੀਂ ਮਾਫੀਆ ਹੀ ਹੈ। ਮੇਰਾ ਨਾਮ ਇਕਬਾਲ ਸਿੰਘ ਹੈ ਜੀ, ਮੇਰੀ ਸ਼ੇਖੂਪੁਰਾ ਟਰਾਂਸਪੋਰਟ ਕੰਪਨੀ ਹੈ। ਮੇਰਾ ਨਾਮ ਸ਼ੁਭਕਰਮਨ ਬਰਾੜ ਹੈ ਜੀ। ਅਰਾਊਂਡ ਕਿੰਨੀਆਂ ਬੱਸਾਂ ਪ੍ਰਾਈਵੇਟ ਚੱਲ ਰਹੀਆਂ ਨੇ? 2200 ਬੱਸਾਂ ਪ੍ਰਾਈਵੇਟ ਨੇ ਜੀ। ਠੀਕ ਹੈ ਜੀ, ਟੋਟਲ 2200 ਬੱਸ ਹੈ ਜੀ ਪ੍ਰਾਈਵੇਟ, ਔਰ ਇੰਨੀ ਸਰਕਾਰ ਕੋਲੇ ਆ। ਕੀ ਡਰ ਕੀ ਸਤਾ ਰਿਹਾ ਵਾ? ਸਰਕਾਰ ਨੂੰ ਕੋਈ ਡਰ ਹੈਗਾ ਜਾਂ ਤੁਸੀਂ ਪ੍ਰੈਸ ਕਾਨਫਰੰਸ ਕਰਨ ਦਾ ਮੰਤਵ ਕੀ ਹੈਗਾ ਇਹਦਾ? ਪਹਿਲਾ ਮੰਤਵ ਤਾਂ ਇਹ ਹੈ ਕਿ ਅਸੀਂ ਇਹ ਦੱਸਣਾ ਚਾਹੁੰਦੇ ਵੀ ਅਸੀਂ ਮਾਫੀਆ ਨਹੀਂ ਹੈ, ਠੀਕ ਹੈ ਜੀ। ਦੂਸਰੀ ਡਰ ਵਾਲੀ ਗੱਲ ਨਹੀਂ ਹੈ, ਬੇਨਤੀ ਕਰਨੀ ਹੈ। ਅਸੀਂ ਤਾਂ ਆਪਣੀ ਆਵਾਜ਼ ਪਹੁੰਚਾਉਣੀ ਹੈ ਉੱਥੇ ਤੁਹਾਡੇ ਜਰੀਏ। ਇੱਕ ਜਿਹੜਾ ਤੁਹਾਡਾ ਜੋ ਮੀਡੀਆ ਹੈ ਇੱਕ ਬਹੁਤ ਬੜਾ ਪਿਲਰ ਹੈ ਡੈਮੋਕ੍ਰੇਸੀ ਦਾ, ਤੇ ਤੁਹਾਡੇ ਕੋਲ ਸਾਰੇ ਅਖਤਿਆਰ ਵੀ ਨੇ ਤੇ ਤੁਹਾਡੀ ਗੱਲ ਕਹੀ ਹੋਈ ਸੁਣਦਾ ਵੀ ਹੈ। ਤੁਸੀਂ ਸਵਾਲ ਕਰ ਸਕਦੇ ਹੋ, ਬਾਕੀ ਸਾਡੀ ਕੋਈ ਆਵਾਜ਼ ਸੁਣਦਾ ਨਹੀਂ ਹੈ ਜੀ। ਪ੍ਰਾਈਵੇਟ ਟਰਾਂਸਪੋਰਟ ਨੇ ਕਿੰਨਾ ਰੈਵਨਿਊ ਦਿੰਦੇ ਜੀ ਹਰ ਸਾਲ? ਤਕਰੀਬਨ 7 ਕਰੋੜ ਰੁਪਈਆ ਜੀ। ਇਹ ਕਿੰਨਾ ਰੈਵਨਿਊ ਆਪਣਾ? 70 ਕਰੋੜ ਹੈ। ਕਿੰਨਾ ਰੈਵਨਿਊ ਆਪਣਾ? ਆਪਣਾ ਰੈਵਨਿਊ ਸਾਲ ਦਾ ਐਮਵੀਟੀ ਜੀ ਐਮਵੀਟੀ ਕੁਰਸੀ ਮੰਗਾ ਲੇਗੀ 100 ਕਰੋੜ ਸਾਲ ਦਾ। 100 ਕਰੋੜ ਰੁਪਏ ਸਾਲ ਦਾ ਜੀ ਐਮਵੀਟੀ ਅਸੀਂ ਪੇ ਕਰਦੇ ਹਾਂ। ਕੀ ਕੁਰਸੀ ਲੈ? ਬਾਕੀ ਐਮਵੀਟੀ ਮੋਟਰ ਵਹੀਕਲ ਟੈਕਸ ਜੀ। ਭਾਈ ਜਿਹੜਾ ਸਭ ਤੋਂ ਵੱਡੀ ਗੱਲ ਆ, ਰਾਤ ਵੀ ਬੱਸਾਂ ਬੰਦ ਕੀਤੀਆਂ, ਟੈਕਸ ਨਹੀਂ ਸੀ ਉਹਨਾਂ ਦੇ, ਡਬਲ ਪਰਪਸ ਇਸ ਤਰ੍ਹਾਂ ਹੋ ਰਿਹਾ। ਉਹ ਕਿਹੜੀਆਂ ਬੱਸਾਂ ਨੇ, ਕਿਹਨਾਂ ਤੇ ਨਹੀਂ ਹੈਗੇ ਜੀ? ਉਹ ਬਾਹਰਲੇ ਸਟੇਟਾਂ ਤੋਂ ਬੱਸਾਂ ਆ ਰਹੀਆਂ ਨੇ ਜੀ। ਉਹ ਪੰਜਾਬ ਨੰਬਰ ਸੀ, ਜਲੰਧਰ ਬੱਸ ਸਟੈਂਡ ਤੋਂ ਫੜੀਆਂ, ਅੰਮ੍ਰਿਤਸਰ ਤੋਂ ਫੜੀਆਂ ਨੇ, ਜਿਵੇਂ ਟਰਾਂਸਪੋਰਟ ਮੰਤਰੀ ਉੱਥੇ ਗਏ ਨੇ। ਨਹੀਂ ਕੋਈ ਪੰਜਾਬ ਦੀ ਗੱਡੀ ਤਾਂ ਨਹੀਂ ਫੜੀ ਗਈ ਕੋਈ ਬਿਨਾਂ। ਮੈਂ ਜਿਹੜੀਆਂ ਜੀ ਅੰਮ੍ਰਿਤਸਰ ਬੱਸ ਸੀਗੀਆਂ ਜੀ,
ਜਿਹੜੀਆਂ ਦੂਜੀਆਂ ਸਟੇਟਸ ਦੀਆਂ ਚੱਲਦੀਆਂ ਨੇ ਉਰੋਂ ਕੋਈ ਰਾਜਸਥਾਨ ਜਾ ਰਹੀ ਸੀ, ਕੋਈ ਹਾਂਜੀ, ਕਿੱਥੇ ਜਾ ਰਹੀ ਸੀ, ਕੋਈ ਦਿੱਲੀ ਜਾ ਰਹੀ ਸੀ। ਉਹ ਫੜੀਆਂ ਨੇ। ਜਿਹੜੀ ਕੱਲ ਚੈਕਿੰਗ ਕੀਤੀ ਆ ਜੀ, ਕੱਲ ਜਲੰਧਰ ਜਿਹੜੀ ਚੈਕਿੰਗ ਕੀਤੀ ਆ ਉਹਦੇ ਵਿੱਚ ਉਹਨਾਂ ਨੂੰ ਡਾਊਟ ਸੀਗਾ ਕਿ ਜਿਹੜੀਆਂ ਰਿਪੀਟਡ ਐਕਸਟੈਂਸ਼ਨ ਸੀਗੀਆਂ, ਜਿਹੜੀਆਂ ਕਿ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਤੇ ਸਟਰਕ ਡਾਊਨ ਹੋ ਗਈਆਂ ਸੀ, ਉਹ ਬੱਸਸ ਹਜੇ ਚੱਲੀ ਜਾਂਦੀਆਂ ਨੇ। ਉਹ ਤਾਂ ਦੇਖੋ ਜੀ, ਅਸੀਂ ਤਾਂ ਆਲਰੇਡੀ ਕਹਿਤਾ ਵੀ ਜੋ ਹਾਈ ਕੋਰਟ ਦਾ ਫੈਸਲਾ ਅਸੀਂ ਉਸ ਸਿਰ ਮੱਤੇ ਆ ਜੀ, ਵੀ ਜਿਹੜੀ ਚੀਜ਼ ਰਹਿ ਗਈ ਜੇ ਉਹ 'ਚ ਕਿਸੇ ਦੀ ਰਿਪੀਟਡ ਐਕਸਟੈਂਸ਼ਨ ਕੱਟ ਨਹੀਂ ਹੋਈ ਤੁਸੀਂ ਕੱਟ ਦਿਓ। ਉਹ ਤਾਂ ਇਹਨਾਂ ਨੇ ਕਰਨਾ, ਇਸ ਤਾਂ ਨਹੀਂ ਕਰਨਾ ਜੀ। ਸਾਨੂੰ ਇਹਨਾਂ ਨੇ ਪਰਮਿਟ ਦਿੱਤੇ, ਅੰਡਰ ਦਾ ਲਾਅ ਸਾਡੀਆਂ ਐਕਸਟੈਂਸ਼ਨਸ ਹੋਈਆਂ ਮੋਟਰ ਵਹੀਕਲ ਐਕਟ ਦੇ ਤਹਿਤ। ਜੋ ਮੌਕੇ ਦੇ ਅਫਸਰਾਂ ਸੀਗੇ ਉਹਨਾਂ ਨੇ ਸਾਰਾ ਕੁਝ ਚੈੱਕ ਕਰਕੇ ਵੈਰੀਫਾਈ ਕਰਕੇ ਉਹਨਾਂ ਨੇ ਸਾਰਾ ਕੁਝ ਕੀਤਾ। ਹੁਣ ਜੇ ਉਹ ਹਾਈ ਕੋਰਟ ਨੇ ਸਟਰਕ ਡਾਊਨ ਕਰਤਾ ਇਸ ਤਾਂ ਫਿਰ ਉਹਨੂੰ ਕਹਿਤਾ ਅਸੀਂ ਤਾਂ ਇਹਦੇ ਇਵਜ ਦੇ ਵਿੱਚ ਜਦੋਂ ਸਾਨੂੰ ਕੋਈ ਪਰਮਿਟ ਐਕਸਟੈਂਡ ਹੁੰਦਾ ਜਾਂ ਨਵਾਂ ਪਰਮਿਟ ਗ੍ਰਾਂਟ ਹੁੰਦਾ ਵੀ ਹੈਵ ਟੂ ਪੇ ਫੀਸ ਟੂ ਦਾ ਗਵਰਨਮੈਂਟ। 2750 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਅਸੀਂ ਫੀਸ ਭਰ ਰਹੇ ਹਾਂ ਸਰਕਾਰ ਨੂੰ। ਅਸੀਂ ਤਾਂ ਉਹ ਵੀ ਭਰੀ ਹੋਈ ਸੀ, ਫਿਰ ਵੀ ਸਾਡਾ ਕੈਂਸਲ ਕਰਤਾ। ਇਸ ਦਾ ਕੋਈ ਇਸ਼ੂ ਨਹੀਂ। ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਫੈਸਲਾ ਸਿਰ ਮੱਤੇ ਤੁਸੀਂ ਕੱਟ ਦਿਓ। ਹੁਣ ਕੱਟਣੀਆਂ ਤਾਂ ਸਰਕਾਰ ਨੇ ਆਰਟੀਏ ਆਫਿਸਿਸ ਨੇ ਕੱਟਣੀਆਂ, ਉਹ ਕੱਟ ਦੇਣ, ਗੱਲ ਖਤਮ ਹੁੰਦੀ ਹੈ ਜੀ। ਇਸ ਤਾਂ ਬੱਸਾਂ ਆਉਂਦੀਆਂ, ਸਾਡੇ ਤੋਂ ਤਾਂ ਵੈਸੇ ਹੀ ਨਹੀਂ ਚੱਲਦੀਆਂ। ਅਸੀਂ ਰਿਪੀਟਡ ਐਕਸਟੈਂਸ਼ਨ ਵਾਲੀ ਬੱਸ ਕਿੱਥੋਂ ਚਲਾ ਲੂਗਾ ਕੋਈ ਜਾਣਾ। ਉਹ ਉਹਨਾਂ ਨੂੰ ਡਾਊਟ ਸੀ, ਉਹਨਾਂ ਨੇ ਕੱਲ ਚੈੱਕ ਕੀਤੀ। ਅਸੀਂ ਤਾਂ ਕਹਿੰਦੇ ਸਾਡਾ ਚੈੱਕ ਕਰ ਲੈਣ ਦੀ ਰਿਕਾਰਡ, ਸਾਨੂੰ ਕੀ ਹੈ ਜੀ, ਇਹਨਾਂ ਦੀ ਰਿਕਾਰਡ ਹੈ ਜੀ। ਪਹਿਲਾਂ ਰਾਜਾ ਵੜਿੰਗ ਟਰਾਂਸਪੋਰਟ ਮਿਨਿਸਟਰ ਸੀਗੇ, ਹੁਣ ਲਾਲਜੀਤ ਭੁੱਲਰ ਨੇ। ਹਾਂਜੀ, ਤੁਹਾਨੂੰ ਕੋਈ ਦਿੱਕਤ ਆ? ਉਹ ਚੈੱਕ ਕਰਦੇ ਨੇ, ਰਾਸਤੇ 'ਚ ਰੋਕਦੇ ਨੇ ਬੱਸ ਨੂੰ ਵਿੱਚ ਜਾ। ਸਾਨੂੰ ਕੋਈ ਦਿੱਕਤ ਨਹੀਂ ਜੀ, ਉਹਨਾਂ ਦਾ ਰਾਈਟ ਹੈ ਜੀ। ਉਹ ਮੰਤਰੀ ਨੇ, ਮਾਲਕ ਨੇ, ਸਾਡੇ ਅਥਾਰਟੀ ਉਹ ਕਰ ਸਕਦੇ ਆ ਜੀ। ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਸਾਡਾ ਰੋਣਾ, ਸਾਡੀ ਸੁਣਵਾਈ ਤਾਂ ਕਰ ਦਿਓ। ਅਸੀਂ ਰਿਕੁਐਸਟ ਕਰਕੇ ਆਏ ਹਾਂ, ਟਰਾਂਸਪੋਰਟ ਮਿਨਿਸਟਰ ਸਾਹਿਬ ਨੂੰ ਮਿਲੇ ਸੀਗੇ, ਉਹਨਾਂ ਨੂੰ ਅਸੀਂ ਆਪਦਾ ਮੈਮੋਰੈਂਡਮ ਦਿੱਤਾ ਸਾਰੇ ਟਰਾਂਸਪੋਰਟਰਸ ਦੇ ਬਿਹਾਫ ਤੇ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਕੋਵਿਡ ਪੈਂਡੇਮਿਕ ਤੋਂ ਪਹਿਲਾਂ ਤੁਸੀਂ ਚੈੱਕ ਕਰ ਲਓ ਰਿਕਾਰਡ। 99% ਮੈਂ ਕਹੂੰਗਾ ਜੀ ਟਰਾਂਸਪੋਰਟਰਸ ਦਾ ਟੈਕਸ ਜਿਹੜਾ ਅਪ ਟੂ ਡੇਟ ਸੀਗਾ। ਕੋਵਿਡ ਆ ਗਿਆ, ਕੋਵਿਡ ਦੇ ਵਿੱਚ ਸਭ ਤੋਂ ਪਹਿਲਾਂ ਸੈਂਟਰਲ ਗਵਰਨਮੈਂਟ ਨੇ ਲੋਕਡਾਊਨ ਦਾ 22 ਮਾਰਚ ਤੋਂ ਇਨਫੋਰਸ ਕੀਤਾ। ਸਾਡੀਆਂ ਬੱਸਾਂ 20 ਤਰੀਕ ਤੋਂ ਹੀ ਬੰਦ ਕਰਤੀਆਂ ਸੀ, ਕੈਪਟਨ ਸਾਹਿਬ ਨੇ, ਬੰਦ ਹੋ ਗਈਆਂ। ਫਿਰ ਰੋਡਵੇਜ਼ ਨੂੰ ਆਫਟਰ ਸਮ ਟਾਈਮ 1 ਸਾਲ ਪੂਰੀਆਂ ਬੰਦ ਰਹੀਆਂ। ਫਿਰ ਰੋਡਵੇਜ਼ ਨੂੰ ਚਲਾਉਣ ਦਿੱਤਾ ਗਿਆ, STG ਨੂੰ ਕਿਹਾ ਤੁਸੀਂ ਚਲਾਓ, ਸਾਨੂੰ ਨਹੀਂ ਚਲਾਉਣ ਦਿੱਤਾ ਗਿਆ। ਉਸ ਤੋਂ ਬਾਅਦ ਦੁਬਾਰਾ ਸਾਨੂੰ ਕਿਹਾ ਗਿਆ ਵੀ ਹੁਣ ਤੁਸੀਂ ਚਲਾਓ, 50% ਆਕੂਪੈਂਸੀ ਦੇ ਹਿਸਾਬ ਨਾਲ ਚਲਾਉਣੀ ਹੈ। ਟਾਈਮਿੰਗਸ ਰਿਸਟ੍ਰਿਕਸ਼ਨਸ ਟਾਈਮਿੰਗਸ ਦੀਆਂ ਇੰਪੋਜ਼ਡ ਕੀਤੀਆਂ ਸੀ, 7 ਵਜੇ ਤੋਂ ਲੈ ਕੇ ਦਿਨੇ 5 ਵਜੇ ਤੱਕ ਚਲਾਓ। ਅਸੀਂ ਉਵੇਂ ਵੀ ਚੱਲੇ। ਸਾਨੂੰ ਉਸ ਵੇਲੇ ਜਿਹੜੇ ਫਾਈਨੈਂਸ ਮਿਨਿਸਟਰ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਕੈਪਟਨ ਸਾਹਿਬ ਨੇ ਸਾਨੂੰ ਇੱਕ ਗੱਲ ਰਿਕੁਐਸਟ ਕੀਤੀ ਸੀ। ਅਸੀਂ ਉਹਨਾਂ ਨੂੰ ਕਿਹਾ ਜੀ ਕਿ ਸਾਡਾ ਇਟ ਇਜ਼ ਨਾਟ ਵਾਇਬਲ ਵੀ ਅਸੀਂ 50% ਆਕੂਪੈਂਸੀ ਤੇ ਚਲਾ ਲਈਏ। ਇੱਕ ਲੋਕਾਂ ਦੇ ਵਿੱਚ ਉਦੋਂ ਡਰ ਵੀ ਸੀ, ਭੈ ਵੀ ਸੀ ਬਿਮਾਰੀ ਦਾ। ਹੁਣ ਥੋੜਾ ਜਿਹਾ ਫਰਕ ਪੈ ਗਿਆ, ਹੁਣ ਲੋਕਾਂ 'ਚ ਕੌਨਫੀਡੈਂਸ ਆ ਗਿਆ ਵੀ ਏਡੀ ਕੋਈ ਗੱਲ ਨਹੀਂ ਰਹੀ। ਉਹ ਕਹਿੰਦੇ ਜੀ ਤੁਹਾਨੂੰ ਅਸੀਂ ਟੈਕਸ ਐਗਜ਼ੈਂਪਟ ਕਰਾਂਗੇ ਸਾਰਾ, ਤੁਸੀਂ ਸਰਵਿਸ ਆਪਦੀ ਚਲਾਓ, ਪ੍ਰੋਵਾਈਡ ਕਰੋ। ਸਾਨੂੰ ਬੈਨੀਫਿਟ ਇਹ ਹੈ ਕਿ ਸਾਨੂੰ ਤੁਹਾਡੇ ਡੀਜ਼ਲ ਤੋਂ ਜਿਹੜਾ ਵੈਟ ਆਉਣਾ ਉਹਦੇ ਨਾਲ ਸਾਡਾ ਵੀ ਸਰਕਾਰ ਦਾ ਸਿਸਟਮ ਚੱਲਦਾ ਰਹੂਗਾ। ਅਸੀਂ ਤੁਹਾਡੇ ਨਾਲ ਆ, ਤੁਹਾਡਾ ਟੈਕਸ ਐਗਜ਼ੈਂਪਟ ਕਰਾਂਗੇ। ਸਟੇਟਸ ਸਾਡਾ ਕੁਝ ਵੀ ਨਹੀਂ ਹੋਇਆ ਜੀ। ਉਦੋਂ ਬਾਅਦ ਜੀ ਸਰਕਾਰ ਬਦਲ ਗਈ ਜੀ, CM ਸਾਹਿਬ ਬਦਲ ਗਏ, ਮੰਤਰੀ ਸਾਹਿਬ ਨਵੇਂ ਆ ਗਏ। ਮੰਤਰੀ ਸਾਹਿਬ ਜਦੋਂ ਨਵੇਂ ਆ ਗਏ ਜੀ, ਉਹਨਾਂ ਨੇ ਆਪਦੇ ਪੋਲੀਟੀਕਲ ਓਪੋਨੈਂਟਸ ਜਿਹੜੇ ਉਹਨਾਂ ਦੇ ਅਗੇਂਸਟ ਲੜਦੇ ਸੀ, ਉਹਨਾਂ ਨੂੰ ਫਾਈਨੈਂਸ਼ੀਅਲੀ ਮਾਰਨ ਦੀ ਖਾਤਰ ਉਹਨਾਂ ਨੇ ਜੀ ਸਾਨੂੰ ਸਾਰਿਆਂ ਨੂੰ ਮਾਫੀਆ ਡਿਕਲੇਅਰ ਕਰਤਾ। ਤੁਸੀਂ ਇੱਕ ਗੱਲ ਦੱਸੋ ਜੀ, ਜਿਵੇਂ ਬਾਈ ਜੀ ਦੱਸ ਕੇ ਹਟਿਆ ਜੀ, ਮੇਰੀ ਕੰਪਨੀ 1937 'ਚ ਰਜਿਸਟਰ ਹੋਈ ਸੀ। ਸਾਡੀ ਚੌਥੀ ਜਨਰੇਸ਼ਨ ਆ ਗਈ ਜੀ ਇਸ ਕੰਮ 'ਚ। ਹੁਣ ਮਾਫੀਆ ਬਣ ਗਏ ਜੀ। ਹੁਣ ਤੱਕ ਤਾਂ ਅਸੀਂ ਮਾਫੀਆ ਹੈ ਨਹੀਂ ਸੀ। ਬਦਲਾਖੋਰੀ ਦੀ ਤਹਿਤ ਹੋਇਆ ਜੀ। ਮੰਤਰੀ ਸਾਹਿਬ ਪਿਛਲਿਆਂ ਨੇ, ਰਾਜਾ ਵੜਿੰਗ ਜੀ ਨੇ ਬਦਲਾਖੋਰੀ ਦੇ ਤਹਿਤ ਕੀਤਾ। ਉਹਨਾਂ ਨੂੰ 2 ਜਾਣੇ ਦੀਂਦੇ ਸੀ, 3 ਜਾਣੇ ਬਾਦਲ ਪਰਿਵਾਰ ਪਲੱਸ ਉਹਨਾਂ ਦੇ ਜਿਹੜੇ ਕਲੋਜ਼ ਐਸੋਸੀਏਟ ਸੀਗੇ, ਉਹਨਾਂ ਨੂੰ ਮਾਰਨ ਦੀ ਖਾਤਰ ਉਹਨਾਂ ਨੇ ਸਾਰਾ ਪੰਜਾਬ ਟੰਗਦਾ ਪ੍ਰਾਈਵੇਟ ਆਪਰੇਟਰ ਜੀ। ਹੁਣ ਸਰਕਾਰ ਕੀ ਕਰ ਰਹੀ ਹੈ? ਹੁਣ ਸਰਕਾਰ ਜੀ ਉਹ ਮਾਫੀਆ, ਅਸੀਂ ਤਾਂ ਮਾਫੀਆ ਦਾ ਰੋਣਾ ਰੋਈ ਜਾਂਦੇ ਹਾਂ। ਸਾਡੇ ਟੈਗ ਲੱਗ ਗਿਆ ਜੀ। ਇੱਕ ਮਿੰਟ ਜੀ, ਸਾਡੇ ਜਿਹੜਾ ਟੈਗ ਲੱਗ ਗਿਆ ਜੀ, ਸਾਨੂੰ ਤਾਂ ਇਹ ਆ ਵੀ ਪਹਿਲਾਂ ਉਹ ਟੈਗ ਉਤਰੇ ਸਾਡੇ ਤੋਂ, ਫਿਰ ਅਸੀਂ ਜਾਈਏ। ਹੁਣ ਜਿਹਦੇ ਕੋਲੇ ਜਾਂਦੇ ਆ, ਜਿਵੇਂ ਦੱਸ ਕੇ ਹਟੇ ਨੇ ਜੀ, ਨਾ ਤਾਂ ਸਾਨੂੰ ਲੋਨ ਹੁੰਦਾ ਜੀ ਬੈਂਕਸ ਚੋਂ, ਜਿਹੜਾ ਸਾਨੂੰ ਸਪੇਅਰ ਪਾਰਟ ਜਾਂ ਟਾਇਰਸ ਉਧਾਰ ਮਿਲ ਜਾਂਦੇ ਸੀਗੇ, ਕ੍ਰੈਡਿਟ ਤੇ ਮਿਲ ਜਾਂਦੇ ਸੀ, ਸਾਨੂੰ ਉਹ ਵੀ ਬੰਦ ਕਰ ਗਏ ਜੀ। ਤੁਸੀਂ ਤਾਂ ਮਾਫੀਆ ਹੋ ਜੀ, ਪਤਾ ਨਹੀਂ ਸਾਡੇ ਪੈਸੇ ਦੇਣੇ ਨਹੀਂ ਦੇਣੇ। ਸਾਨੂੰ ਤਾਂ ਇਹ ਆ ਵੀ ਪਹਿਲਾਂ ਮਾਫੀਆ ਵਾਲਾ ਸ਼ਬਦ ਸਾਡਾ ਉਤਰੇ। ਫਿਰ ਅਸੀਂ ਸਰਕਾਰ ਨੂੰ ਬੇਨਤੀ ਵੀ ਕੀਤੀ ਆ ਵੀ ਸਾਡੀ ਬੇਨਤੀ ਪ੍ਰਵਾਨ ਕਰੋ, ਸਾਡੀਆਂ ਮੰਗਾਂ ਪ੍ਰਵਾਨ ਕਰੋ। ਜਿਹੜੀ 50% ਆਕੂਪੈਂਸੀ ਦੀ ਸੀਗੀ ਸਰਕਾਰ ਦੀ ਹਦਾਇਤ, ਉਹ ਪਿੱਛੇ ਜੇ ਹਟਾਈ ਆ ਜੀ। ਠੀਕ ਹੈ ਜੀ। ਅੱਛਾ, ਇਨ ਦੀ ਮੇਨ ਟਾਈਮ ਗਵਰਨਮੈਂਟ ਨੇ ਜੀ, ਕੈਪਟਨ ਸਾਹਿਬ ਨੇ ਆਪਦੀਆਂ ਵੋਟਾਂ ਲੈਣ ਦੀ ਖਾਤਰ ਉਹਨਾਂ ਨੇ ਜੀ ਜਿਹੜੀ ਲੇਡੀਜ਼ ਦਾ ਸੀਗਾ ਟਰੈਵਲਿੰਗ ਪੰਜਾਬ ਦੇ ਵਿੱਚ ਜੀ, ਸਾਰੀਆਂ ਲੇਡੀਜ਼ ਦੀ STUs ਦੇ ਵਿੱਚ ਫ੍ਰੀ ਕਰਤੀ ਜੀ, ਫ੍ਰੀ ਟਰੈਵਲ ਕਰਤਾ ਜੀ। ਔਨ ਐਨ ਐਵਰੇਜ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਜੀ, ਅਰਾਊਂਡ 40 to 45% ਲੇਡੀਜ਼ ਹੈਗੀਆਂ ਨੇ ਜੀ। ਹੁਣ ਉਹਨਾਂ ਦੇ ਨਾਲ ਕੀ ਹੋਇਆ ਜੀ, ਲੇਡੀਜ਼ ਫ੍ਰੀ ਕਰਤੀਆਂ ਜੀ। ਲੇਡੀਜ਼ ਹੁਣ ਤੁਸੀਂ ਹੋ ਜੀ, ਤੁਸੀਂ ਤੁਹਾਡੀ ਵਾਈਫ ਨੇ ਤੇ ਤੁਸੀਂ ਕਿਤੇ ਜਾਣਾ, ਇਹ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਕਹੋਗੇ ਜੀ ਵੀ ਤੂੰ ਤਾਂ ਆਪਦੀ ਵਾਈਫ ਨੂੰ ਵੀ ਤੂੰ ਤਾਂ ਰੋਡਵੇਜ਼ ਚੜ੍ਹ ਜਾ, ਮੈਂ ਮਗਰ ਪ੍ਰਾਈਵੇਟ ਤੇ ਆਉਣਾ।
ਤੁਸੀਂ ਵੀ ਨਾਲ ਹੀ ਚੜੋਗੇ ਜੀ। ਉਹ ਜਿਹੜੇ ਨਾਲ ਪਰਿਵਾਰਕ ਮੈਂਬਰ ਸੀਗੇ ਜੀ ਸਾਡੇ ਤਾਂ ਉਹ ਵੀ ਗਏ ਜੀ। ਸਾਡੀ ਔਨ ਐਨ ਐਵਰੇਜ 60 to 65% ਆਕੂਪੈਂਸੀ ਜਿਹੜੀ ਸੀਗੀ ਜੀ ਇੰਨੀ ਨਾ ਜੀ ਇਫ ਆਈ ਨੋਟ ਰੌਂਗ ਸਾਡੀ ਉਹ ਚਲੀ ਗਈ ਜੀ। ਠੀਕ ਹੈ ਜੀ। ਹੁਣ ਜਦੋਂ ਉਹ ਚੀਜ਼ ਹੋ ਗਈ ਹੈ ਜੇਕਰ ਸਰਕਾਰ ਕੋਈ ਸਹੂਲਤ ਬਾਈ ਜੀ ਅਸੀਂ ਕਿੱਥੇ ਜਾਈਏ? ਅਸੀਂ ਤਾਂ ਇਹ ਕਹਿੰਦੇ ਸਾਡੇ ਤੇ ਲਾਗੂ ਕਰ ਦਿਓ। ਅਸੀਂ ਵੀ ਲਿਜਾ ਕੇ ਅਸੀਂ ਵੀ ਲਿਜਾਣ ਨੂੰ ਤਿਆਰ ਹਾਂ ਜੀ, ਅਸੀਂ ਮਨਾ ਨਹੀਂ ਕਰਦੇ ਜੀ। ਤੁਸੀਂ ਇੱਕ ਗੱਲ ਦੇਖੋ ਨਾ ਜੀ, ਤੁਸੀਂ ਇੱਕ ਮਿੰਟ ਨਹੀਂ ਜੀ ਨਹੀਂ, ਬੇਨਤੀ ਸੁਣੋ। ਤੁਸੀਂ ਜੀ ਰਾਸ਼ਨ ਲੈਣ ਚਲੇ ਗਏ ਜੀ, ਤੁਹਾਡੀ ਰਾਸ਼ਨ ਦੀ ਦੁਕਾਨ ਹੈ ਜੀ, ਮੈਂ ਰਾਸ਼ਨ ਲੈਣ ਆ ਗਿਆ। ਇੱਕ ਮਿੰਟ ਬੇਨਤੀ ਸੁਣ ਲਿਓ ਜੀ, ਸਾਡਾ ਦਰਦ ਸੁਣੋ। ਤੁਸੀਂ ਨਾਲ ਦੇ ਫ੍ਰੀ ਦਿੰਦੇ ਨੇ, ਤੁਸੀਂ ਪੈਸੇ ਲੈ ਕੇ ਦਿੰਦੇ ਹੋ ਜੀ। ਦੱਸੋ ਤੁਹਾਡੀ ਦੁਕਾਨ ਤੇ ਕੌਣ ਆਊਗਾ ਜੀ? ਫ੍ਰੀ ਵਾਲੀ ਲੈ ਕੇ ਜਾਊਗਾ, ਸਾਡੇ ਨਾਲ ਚੜ੍ਹਦੇ ਹੀ ਕੋਈ ਨਹੀਂ ਜੀ। ਸਰ ਸਰਕਾਰ ਕਾਹਦੀ ਹੋਈ? ਸਰਕਾਰ ਨੇ ਤਾਂ ਆਪਣੀ ਸਹੂਲਤਾਂ ਦੇਣੀਆਂ ਨੇ ਸਰ ਸਰਕਾਰ ਨੇ ਸਰਕਾਰ ਸਹੂਲਤ ਦੇਵੇ ਜੀ। ਬਹੁਤ ਚੰਗਾ ਕਦਮ ਚੱਕਿਆ ਸਰਕਾਰ ਨੇ, ਸਹੂਲਤ ਦੇਤੀ। ਇਸ ਤੇ ਕਹਿੰਦੇ ਸਹੂਲਤ ਜਿਹੜੀ ਹੈ ਸਾਡੇ ਤੇ ਵੀ ਲਾਗੂ ਕਰ ਦਿਓ ਜੀ। ਵੀ ਆਰ ਆਲਸੋ ਰੈਡੀ। ਅਸੀਂ ਨਹੀਂ ਕਰ ਸਕਦੇ ਜੀ, ਅਸੀਂ ਗਵਰਨਮੈਂਟ ਦੇ ਤਹਿਤ ਚੱਲਣਾ ਜੀ। ਤੁਸੀਂ ਕਿਹੜੇ ਹਿਸਾਬ ਨਾਲ ਚਾਹੁੰਦੇ ਹੋ ਕਿ ਔਰਤਾਂ ਤੁਸੀਂ ਵੀ ਪੰਜਾਬ ਜਿਹੜੀ ਫ੍ਰੀ ਕਰ ਸਕਦੇ ਹੋ? ਸਾਡਾ ਨਾ ਜੀ ਜੋ ਕੁਝ ਵੀ ਹੈਗਾ ਪਰਮਿਟ ਸਾਨੂੰ ਸਰਕਾਰ ਦਿੰਦੀ ਹੈ, ਟਾਈਮ ਟੇਬਲ ਸਾਨੂੰ ਸਰਕਾਰ ਦਿੰਦੀ ਹੈ, ਕਿੰਨਾ ਫੇਅਰ ਲੈਣਾ, ਕਿਰਾਇਆ ਲੈਣਾ, ਘੱਟ ਲੈਣਾ, ਵੱਧ ਲੈਣਾ, ਜੋ ਵੀ ਹੈ ਉਹ ਸਰਕਾਰ ਡਿਸਾਈਡ ਕਰਦੀ ਹੈ। ਸਾਡੇ ਹੱਥ ਬਸ ਕੁਝ ਨਹੀਂ। ਅਸੀਂ ਇੱਕ ਮਿੰਟ ਜੀ, ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ, ਜੇ ਤੁਸੀਂ ਰੋਡਵੇਜ਼ PRTC ਦੇ ਵਿੱਚ ਫ੍ਰੀ ਟਰੈਵਲ ਅਲਾਉ ਕਰਤਾ ਲੇਡੀਜ਼ ਦਾ, ਬਹੁਤ ਵਧੀਆ ਕੀਤਾ ਜੀ, ਸਹੂਲਤ ਦਿਓ। ਅਸੀਂ ਵੀ ਦੇਣ ਨੂੰ ਤਿਆਰ ਹੈ। ਸਰਕਾਰ ਰੋਡਵੇਜ਼ PRTC ਜੀ ਸਹੂਲਤ ਦੇ ਰਹੀ ਹੈ, ਬਟ ਉਹਨੂੰ ਪੇਮੈਂਟ ਉਸ ਚੀਜ਼ ਦੀ ਗਵਰਨਮੈਂਟ ਕਰ ਰਹੀ ਹੈ। ਨਹੀਂ ਉਹ ਕਹਿੰਦੇ ਸਾਡਾ ਰੋਡਵੇਜ਼ ਦਾ ਤਾਂ ਮੁਨਾਫਾ ਵੀ ਵਧਿਆ ਹੈਗਾ ਬਾਈ ਜੀ। ਮੁਨਾਫਾ ਤਾਂ ਵਧ ਹੀ ਜਾਣਾ ਜੀ, ਉਹ ਵੀ ਸੁਣ ਲਓ। ਜਦੋਂ ਬਾਈ ਜੀ ਹੋ ਕੀ ਰਿਹਾ ਜੀ ਅੱਜ ਦੀ ਡੇਟ 'ਚ, ਕੋਈ ਵੀ ਲੇਡੀ ਪੈਸੇਂਜਰ ਹੈ ਜੀ, ਉਹ ਆਧਾਰ ਕਾਰਡ ਨੰਬਰ ਮੰਗਦੇ ਆ ਜੀ। ਪਟਿਆਲਿਓਂ ਚੜ੍ਹ ਗਏ, ਉਹਨਾਂ ਨੇ ਮੰਨ ਲਓ ਸਰਹੰਦ ਉਤਰਨਾ ਜੀ, ਉਹਨਾਂ ਨੇ ਆਧਾਰ ਕਾਰਡ ਦੇ ਅਖੀਰਲੇ 4 ਨੰਬਰ ਐਂਟਰ ਕਰਨੇ ਆ ਜੀ। ਬੱਸ ਚੱਲੀ ਆ ਅੰਮ੍ਰਿਤਸਰ, ਉਹ ਕੰਡਕਟਰ ਜਿਹੜਾ ਉਹਦੀ ਐਂਟਰੀ ਪਾਉਂਦਾ ਜਲੰਧਰ ਦੀ ਜਾਂ ਅੰਮ੍ਰਿਤਸਰ ਦੀ। ਲੇਡੀ ਪੈਸੇਂਜਰ ਉੱਤਰ ਗਿਆ ਸਰਹੰਦ, ਅਸਲ 'ਚ ਸਰਹੰਦ ਉਤਰ ਗਿਆ, ਕਾਗਜ਼ਾਂ 'ਚੋਂ ਟਰੈਵਲ ਕਰੀ ਜਾਂਦੇ ਨੇ ਜੀ ਅੰਮ੍ਰਿਤਸਰ। ਉਹਦੇ 'ਚ ਹੋ ਕੀ ਗਿਆ ਜੀ ਕਿ ਜਿਹੜੀ ਰੋਡਵੇਜ਼ ਦੀ ਬੱਸਿਸ ਦੀ ਆਕੂਪੈਂਸੀ ਆ 52 ਸੀਟਰ ਬੱਸਿਸ ਨੇ ਜੀ, ਕੁਝ 55 ਨੇ। ਕਾਨੂੰਨ ਮੁਤਾਬਕ ਆਪਾਂ ਓਵਰਲੋਡ ਵੀ ਨਹੀਂ ਕਰ ਸਕਦੇ। ਤੁਸੀਂ ਉਹਨਾਂ ਦੀ ਐਵਰੇਜ ਘਟਾ ਕੇ ਵੇਖ ਲਓ, 80 90 ਸਵਾਰੀਆਂ ਦੀ ਐਵਰੇਜ ਆ ਰਹੀ ਹੈ ਰੋਡਵੇਜ਼ ਦੀ। ਕਿਵੇਂ ਆਉਂਦੀ ਹੈ ਜੀ? ਤੁਹਾਡੇ ਕਹਿਣ ਦਾ ਮਤਲਬ ਕਿ ਇੱਕ ਵੱਡਾ ਘੁਟਾਲਾ ਵੀ ਪੂਰਾ ਵੱਡਾ ਘਟਾਲਾ ਹੈ ਜੀ, ਪੂਰਾ ਵੱਡਾ ਘਟਾਲਾ ਹੈ। ਰੋਡਵੇਜ਼ ਨੂੰ ਪੈਸੇ ਆ ਰਹੇ ਨੇ, ਇਹ ਜੀ ਰਲ ਕੇ ਹੋ ਰਿਹਾ ਜੀ, ਇਹ ਰਲ ਕੇ ਹੋ ਰਿਹਾ। ਡਾਇਰੈਕਟਰ ਦੀ ਜੇਬ 'ਚ ਨਹੀਂ ਜਾ ਰਿਹਾ। ਜੇਬ 'ਚ ਤਾਂ ਇਹ ਜਿਹੜੇ ਡਿਪੂ ਦੇ ਜਨਰਲ ਮੈਨੇਜਰਸ ਨੇ ਨਾ ਜੀ, GMs ਨੇ, TMs ਨੇ, ਉਹਨਾਂ ਦੀ ਸਹਿਮਤੀ ਨਾਲ ਉਤਲੇ ਜਿਹੜੇ ਇਹਨਾਂ ਦੇ ਹੈੱਡ ਆਫਿਸ ਵਾਲੇ ਨੇ ਰੋਡਵੇਜ਼ PRTC ਦੇ, ਉਹਨਾਂ ਦੀ ਸਹਿਮਤੀ ਨਾਲ ਹੋ ਰਿਹਾ। ਕਿਉਂਕਿ ਉਹਨਾਂ ਨੇ ਤਾਂ ਬਿੱਲ ਬਣਾ ਕੇ ਭੇਜ ਦੇਣਾ ਜੀ, ਬਿੱਲ ਦੇਣਾ ਸਰਕਾਰ ਨੇ, ਉਹ ਤਾਂ ਕੋਈ ਫਰਕ ਨਹੀਂ। ਉਹ ਕਾਗਜ਼ਾਂ 'ਚ ਜੀ ਸਾਡੀ ਰੋਡਵੇ PRTC ਜੀ ਸਾਡੀ ਜਿਹੜੀ ਹੈ ਉਹ ਇੰਨੀ ਹੋ ਗਈ ਜੀ, ਸਾਡੀ ਇੰਨੀ ਪਲੱਸ ਹੋ ਗਈ, ਰੋਜ਼ ਦਾ ਇੰਨਾ ਬੈਨੀਫਿਟ ਹੋ ਗਿਆ। ਕੁੱਲ ਮਿਲਾ ਕੇ ਕਿ ਤੁਸੀਂ ਆ ਕਹਿਣਾ ਚਾਹੁੰਦੇ ਹੋ ਕਿ ਜੇ ਅਸੀਂ ਵੀ ਲੇਡੀਜ਼ ਨੂੰ ਫ੍ਰੀ ਕਰਨ ਨੂੰ ਤਿਆਰ ਹੈ, ਪਰ ਉਹਦਾ ਖਰਚਾ ਸਾਨੂੰ ਸਰਕਾਰ ਸਾਹਮਣੇ ਦੇਵੇ ਜੀ ਸਾਨੂੰ ਖਰਚਾ ਤੇ ਦੇਵੇ ਜਾਂ ਸਾਡੇ ਟੈਕਸ ਐਡਜਸਟ ਕਰ ਦੇਣ ਜੀ ਪੈਸੇ। ਸਾਹਿਬ ਨੇ ਤਾਂ ਬੜਾ ਰੌਲਾ ਪੈਂਦਾ, ਕਹਿੰਦੇ ਪ੍ਰਾਈਵੇਟ ਵਾਲਿਆਂ ਨੂੰ ਵੱਧ ਸਮਾਂ ਹੈ, ਜਿਹੜੇ ਸਰਕਾਰੀ ਨੇ ਰੋਡਵੇਜ਼ ਨੇ PRTC ਨੇ ਉਹਨਾਂ ਕੋਲ। ਬਾਈ ਜੀ ਉਹ ਵੀ ਤੁਹਾਨੂੰ ਦੱਸਦਾ ਜੀ, ਇਹ ਨਾ ਜੀ ਬੇਕਾਰ ਦਾ ਪ੍ਰੋਪੇਗੈਂਡਾ ਜੀ, ਜਿਹੜਾ ਰੋਡਵੇਜ਼ PRTC ਵਾਲਿਆਂ ਨੇ, ਜਿਹੜੇ ਉਹਨਾਂ ਦੀਆਂ ਆਪਦੀਆਂ ਕਮੀਆਂ ਨੇ GMs ਦੀਆਂ ਤੇ ਹੋਰ ਸਾਰਿਆਂ ਦੀਆਂ, ਜਿਹੜੇ ਉਹ 2 ਨੰਬਰ 'ਚ ਹੇਰ-ਫੇਰ ਕਰਦੇ ਆ, ਉਹਨੂੰ ਲੁਕਾਉਣ ਦੀ ਖਾਤਰ ਇਹ ਰੌਲਾ ਪਾਉਂਦੇ ਆ। ਮੈਂ ਤੁਹਾਨੂੰ ਜੀ 2-3 ਚੀਜ਼ਾਂ ਸ਼ੇਅਰ ਕਰਦਾ ਤੁਹਾਡੇ ਨਾਲ, ਤੁਹਾਨੂੰ ਆ ਦੇਵਾਂਗੇ, ਤੁਹਾਡੇ ਕੋਲ ਸ਼ਾਇਦ ਹੋਊਗਾ ਵੀ ਜੀ। ਅਸੀਂ ਨਾ ਜੀ ਕੁਝ ਰੂਟਸ ਤੇ ਟਾਈਮ ਟੇਬਲ ਜਿਹੜੇ ਨੇ ਅਸੀਂ ਕੱਢੇ ਨੇ ਜੀ। ਲੁਧਿਆਣਾ ਜਲੰਧਰ ਰੂਟ ਹੈ ਜੀ, ਉਹਦੇ ਤੇ STU ਦੀਆਂ ਜੀ ਟੋਟਲ 166 ਸਰਵਿਸਿਜ਼ ਨੇ ਜੀ। ਪ੍ਰਾਈਵੇਟ ਆਪਰੇਟਰਸ ਦੀਆਂ ਹੈਗੀਆਂ ਜੀ 197 ਸਰਵਿਸਿਜ਼। STU ਨੂੰ ਔਨ ਐਨ ਐਵਰੇਜ 4 ਮਿੰਟ 7 ਸਕਿੰਟ ਮਿਲ ਰਹੇ ਆ ਜੀ। ਪ੍ਰਾਈਵੇਟ ਆਪਰੇਟਰਸ ਨੂੰ ਔਨ ਐਨ ਐਵਰੇਜ 2 ਮਿੰਟ 81 ਸਕਿੰਟ ਮਿਲ ਰਹੇ ਆ ਜੀ, ਸਰਕਾਰੀ ਨੂੰ ਜ਼ਿਆਦਾ ਮਿਲ ਰਹੇ ਆ ਜੀ। ਫਿਰ ਜੀ ਇੱਕ ਮੈਂ ਤੁਹਾਨੂੰ ਮੋਗਾ ਅੰਮ੍ਰਿਤਸਰ ਟਾਈਮ ਟੇਬਲ ਦਾ ਦੱਸਦਾ ਜੀ, ਮੈਂ ਮੋਗੇ ਆਉਣਾ ਉਹਦੀ ਤੁਹਾਨੂੰ ਸ਼ੇਅਰ ਕਰਦਾ ਜੀ। STU ਦੀਆਂ 34 ਸਰਵਿਸਿਜ਼ ਨੇ ਜੀ, 34। ਉਹਨਾਂ ਨੂੰ 13 ਮਿੰਟ 52 ਸਕਿੰਟ ਇੱਕ ਸਰਵਿਸ ਨੂੰ ਔਨ ਐਨ ਐਵਰੇਜ ਮਿਲ ਰਹੇ ਆ ਜੀ, ਜਦੋਂ ਕਿ ਪ੍ਰਾਈਵੇਟ ਸਰਵਿਸ ਹੈਗੀ ਆ ਜੀ 69 ਸਰਵਿਸਿਜ਼ ਜੀ, ਸਾਨੂੰ ਮਿਲ ਰਹੇ ਆ 5 ਮਿੰਟ 18 ਸਕਿੰਟ ਜੀ। 13 ਮਿੰਟ 52 ਸਕਿੰਟ ਤੇ 5 ਮਿੰਟ 18 ਸਕਿੰਟ ਦਾ ਫਰਕ ਵੇਖ ਲਓ ਜੀ। ਇਹ 2-3 ਰੂਟ ਜਿਹੜੇ ਜ਼ਿਆਦਾ ਇਹ ਕਹਿੰਦੇ ਨੇ, ਉੱਥੇ ਛੱਡ ਕੇ ਹੋਰ ਤੁਸੀਂ ਦੱਸੋ ਵੀ ਰੋਡਵੇ PRTC ਘਾਟੇ 'ਚ ਕਿਉਂ ਆਈ ਜੀ, ਜਦੋਂ ਹਰ ਇੱਕ ਜਗ੍ਹਾ ਤੇ ਸਰਵਿਸ ਉਹਨਾਂ ਕੋਲੇ। ਦੂਜੀ ਗੱਲ ਜੀ, ਜਿੰਨੇ ਪੀਕ ਆਰਸ ਨੇ ਜੀ, ਪੀਕ ਆਰਸ ਦੇ ਵਿੱਚ ਜਿਹੜੀ ਸਰਵਿਸ ਆ ਉਹ ਸਾਰੀ ਰੋਡਵੇਜ਼ PRTC ਕੋਲੇ, ਸਾਡੇ ਪ੍ਰਾਈਵੇਟ ਆਪਰੇਟਰਸ ਕੋਲੇ ਹੈ ਨਹੀਂ। ਤੀਸਰੀ ਬੇਨਤੀ ਜੀ, ਉਹ ਕਹਿੰਦੇ ਨੇ ਜੀ ਅਸੀਂ 1 ਪਰਮਿਟ 1 ਬੱਸ ਦਾ ਅਸੀਂ ਇੰਪਲੀਮੈਂਟ ਕਰਨਾ ਹੈ ਜੀ। ਅਸੀਂ ਕਿਹਾ ਜੀ ਕਰ ਦਿਓ। ਹੁਣ ਉਹਦੇ 'ਚ ਜਿਹੜੇ ਸਾਨੂੰ ਪਰਮਿਟਸ ਅਲਾਟ ਹੋਏ ਨੇ ਜੀ, ਗਵਰਨਮੈਂਟ ਨੇ ਅਲਾਟ ਕੀਤੇ, ਅਸੀਂ ਆਪ ਤਾਂ ਬਣਾਏ ਨੇ ਜੀ।
ਉਹਦੇ ਵਿੱਚ ਕਿਸੇ ਪਰਮਿਟ ਦੀ ਕਿਲੋਮੀਟਰ ਜਿਹੜੀ ਹੈਗੀ ਆ ਉਹ ਘੱਟ ਨੇ, ਕਿਸੇ ਦੇ ਜ਼ਿਆਦੇ ਨੇ ਜੀ। ਇਹ ਹੁਕਮ ਹੋਇਆ ਜੀ ਇਹਨਾਂ ਨੂੰ, ਸਾਨੂੰ ਇਹ ਹੁਕਮ ਕਰਦੇ ਨੇ ਕਿ ਸਵੇਰੇ 6 ਵਜੇ ਤੋਂ ਪਹਿਲਾਂ ਤਾਂ ਸਾਡੇ ਨਾਲ ਗੱਲ ਨਾ ਕਰੋ, ਸਾਡੇ ਗੇੜੇ ਨਹੀਂ ਲੱਗਦੇ ਜੀ। ਜਦੋਂ ਉਹ ਗੱਲ ਆਉਂਦੀ ਹੈ, ਅੱਛਾ ਟਾਈਮ ਟੇਬਲ ਜਿਹੜਾ ਬਣਾਉਣਾ ਹੈ ਉਹ ਆਰਟੀਏ ਸੈਕਟਰੀਜ਼ ਨੇ ਬਣਾਉਣਾ ਹੈ ਜੀ। ਪਹਿਲਾਂ ਕਿਵੇਂ ਬਣਦਾ ਸੀ, ਹੁਣ ਕਿਵੇਂ ਬਣਦਾ? ਦੇਖੋ ਜੀ, ਬਣਾਉਣਾ ਕਾਨੂੰਨ ਮੁਤਾਬਕ ਮੋਟਰ ਵਹੀਕਲ ਐਕਟ ਦੇ ਤਹਿਤ ਟਾਈਮ ਟੇਬਲ ਬਣਨਾ, ਟਾਈਮ ਟੇਬਲ ਬਣਾਉਣਾ ਆਰਟੀਏ ਸੈਕਟਰੀਜ਼ ਨੇ ਆ ਜੀ। ਸਾਰੇ ਆਪਰੇਟਰਸ ਨੂੰ ਬਿਠਾ ਕੇ ਇਨਕਲੂਡਿੰਗ ਰੋਡਵੇਜ਼, ਪੀਆਰਟੀਸੀ, ਇਨਕਲੂਡਿੰਗ ਪ੍ਰਾਈਵੇਟ ਆਪਰੇਟਰਸ, ਸਾਰਿਆਂ ਦੀ ਸਹਿਮਤੀ ਕਰਾ ਕੇ ਫਿਰ ਬਣਨਾ। ਹੁਣ ਕੀ ਹੋ ਰਿਹਾ ਜੀ, ਪੀਆਰਟੀਸੀ ਰੋਡਵੇਜ਼ ਵਾਲੇ ਟਾਈਮ ਟੇਬਲ ਬਣਾ ਕੇ ਲਿਆਉਂਦੇ ਨੇ, ਆਰਟੀਏ ਆਪ ਟੈਨਸ਼ਨ ਨਹੀਂ ਲੈਣੀ ਚਾਹੁੰਦੇ, ਟਾਈਮ ਆਪਦਾ ਖਰਾਬ ਨਹੀਂ ਕਰਨਾ ਚਾਹੁੰਦੇ, ਉਹ ਬਣਾ ਕੇ ਲਿਆਉਂਦੇ ਆ, ਆਪਦੀ ਮਰਜ਼ੀ ਮੁਤਾਬਕ ਬਣਾ ਕੇ ਲਿਆਉਂਦੇ ਆ। ਤੁਹਾਨੂੰ ਇਤਰਾਜ਼ ਹੈ? ਬਾਈ ਜੀ ਇਤਰਾਜ਼ ਆ, ਸਾਨੂੰ ਪੁੱਛਦੇ ਹੀ ਨਹੀਂ, ਸਾਨੂੰ ਤਾਂ ਅੰਦਰ ਵੀ ਨਹੀਂ ਵੜਨ ਦਿੱਤਾ ਜਾਂਦਾ ਜੀ। ਨਾਲੇ ਸਾਨੂੰ ਮਾਫੀਆ ਬਣਾਇਆ ਹੋਇਆ, ਸਾਨੂੰ ਤਾਂ ਅੰਦਰ ਵੀ ਨਹੀਂ ਵੜਨ ਦਿੱਤਾ ਜਾਂਦਾ। ਸਾਨੂੰ ਸਰਕਾਰੀ ਕਲੀਅਰ ਕਰੋ ਕਿ ਮਾਫੀਆ ਵਰਡ ਜਿਹੜਾ ਤੁਹਾਡੇ ਨਾਲ ਜੋੜਿਆ ਗਿਆ ਹੈ, ਹਾਂਜੀ, ਮਾਫੀਆ ਤੁਹਾਡੇ ਵਿੱਚ ਕੋਈ ਹੈ ਜਾਂ ਨਹੀਂ ਹੈ? ਕੋਈ ਮਾਫੀਆ ਨਹੀਂ ਜੀ। ਮੈਨੂੰ ਇੱਕ ਗੱਲ ਦੱਸੋ ਜੀ, ਟਾਈਮ ਟੇਬਲ ਸਰਕਾਰ ਨੇ ਬਣਾਉਣਾ, ਪਰਮਿਟ ਸਰਕਾਰ ਨੇ ਦੇਤਾ, ਬੱਸਾਂ ਜਿਹੜੀਆਂ ਅਸੀਂ ਪਾਉਨੇ ਆ ਉਹ ਪਰਮਿਟ ਤੇ ਚੜ੍ਹਦੀ ਆ, ਉਹ ਸਰਕਾਰ ਚੜਾਉਂਦੀ ਆ ਜੀ, ਉਹਨਾਂ ਮੁਤਾਬਕ ਅਸੀਂ ਚੱਲਦੇ ਆ। ਇੱਕ ਮਿੰਟ ਸਰ, ਕਿਰਾਇਆ ਅਸੀਂ ਸਰਕਾਰ ਦੇ ਮੁਤਾਬਕ ਲੈਨੇ ਆ, ਅਸੀਂ ਮਾਫੀਆ ਦੱਸੋ ਕਾਹਦੇ ਹੋ ਗਏ? ਨਹੀਂ ਵਧਾ ਸਕਦੇ ਜੀ, ਸਰਕਾਰ ਵਧਾਊਗੀ ਤਾਂ ਵਧੂਗੀ। ਸ਼ੁਰੂ ਕਰਦੇ ਸਾਂ ਤੁਸੀਂ ਪਹਿਲਾ ਵਰਡ ਗਿਆ ਸੀਗਾ ਕੁਝ ਇੱਕ ਜਿਹੜੇ ਬਾਈ ਜੀ ਉਹਦੀ ਦੱਸ ਦਿੰਦਾ ਜੀ। ਹੁਣ ਬਾਦਲਸ ਨੇ ਜੀ, ਸੁਣ ਲਓ ਜੀ, ਬਾਦਲਸ ਨੇ ਜੀ, ਬਾਦਲਸ ਕੋਲੇ 329 ਬੱਸਾਂ ਨੇ ਜੀ। ਜੇ ਹੁਣ ਉਹਨਾਂ ਕੋਲੇ 329 ਬੱਸਾਂ ਹੈ ਜੀ, ਉਹਨਾਂ ਦੀਆਂ ਬੱਸਾਂ ਸੜਕ ਤੇ ਚੱਲਦੀਆਂ ਜੀ। ਪਿਛਲੇ ਟਰਾਂਸਪੋਰਟ ਮੰਤਰੀ ਨੇ, ਰਾਜੇ ਵੜਿੰਗ ਨੇ, ਮੈਂ ਤਾਂ ਕਲੀਅਰ ਕੱਟ ਨਾਂ ਲੈਣਾ ਜੀ, ਉਹਨਾਂ ਨੇ ਸਾਰਾ ਕੁਝ ਕਰ ਲਿਆ ਜੀ। ਉਹਨਾਂ ਨੇ ਉਹਨਾਂ ਦੇ ਪਰਮਿਟਸ ਕੈਂਸਲ ਕਰਤੇ, ਉਹਨਾਂ ਦਾ ਟੈਕਸ ਨਹੀਂ ਆਇਆ, ਕਹਿੰਦੇ ਜੀ ਜੋ ਕੁਝ ਉਹਨਾਂ ਨੇ ਕੀਤਾ। ਕੀ ਹੋਇਆ ਜੀ, ਹਾਈ ਕੋਰਟ ਚੋਂ ਬਹਾਲ ਹੋਏ ਜੀ। ਫਿਰ ਗਵਰਨਮੈਂਟ ਗਈ ਉਹਨਾਂ ਦੇ ਅਗੇਂਸਟ ਸੁਪਰੀਮ ਕੋਰਟ ਜੀ। ਸੁਪਰੀਮ ਕੋਰਟ ਨੇ ਉਹਨਾਂ ਨੂੰ ਖਿੱਚਿਆ ਜੀ, ਮੰਤਰੀ ਸਾਹਿਬ ਨੂੰ, ਵੀ ਜਿਹੜੀ ਤੁਹਾਡੀ ਇਹ ਪੋਲੀਟੀਕਲ ਲੜਾਈ ਹੈ ਇੱਥੇ ਨਾ ਲਿਆਓ, ਉੱਥੇ ਲੜੋ ਜਾ ਕੇ। ਉਹ ਚ ਕੀ ਹੋਇਆ ਜੀ, ਤੁਹਾਡੇ ਸਾਹਮਣੇ ਆ ਜੀ। ਹੁਣ ਜਿਹੜੀ ਸਿਆਸੀ ਸਰਕਾਰ ਨੇ ਨਾ ਬਹੁਤ, ਉਹ ਕਹਿੰਦੇ ਵੀ 6000 ਬੱਸਾਂ ਬਣਾ ਲਈਆਂ ਫਲਾਣੇ ਕੋਲ, ਬਾਈ ਜੀ ਉਹ ਬੜੇ ਕਲੀਅਰ ਕਰ ਦਿਓ ਬਾਈ ਜੀ 2200 ਪ੍ਰਾਈਵੇਟ ਬੱਸ ਹੈ ਪੰਜਾਬ ਚ ਜੀ ਟੋਟਲ। 6000 ਤਾਂ ਇਨਕਲੂਡਿੰਗ ਰੋਡਵੇਜ਼ ਪੀਆਰਟੀਸੀ ਦੇ ਹੈ ਨਹੀਂ ਜੀ। ਚਰਚਾ ਤੁਸੀਂ ਵੀ ਸੁਣੀ ਹੋਣੀ ਹੈ ਜਿਹੜੀ ਚਰਚਾ। ਬਾਈ ਜੀ ਸੁਣੀ ਆ ਜੀ, ਉਹ ਬਾਈ ਜੀ ਬੋਲਣ ਤੇ ਕਿਹੜਾ ਟੈਕਸ ਲੱਗਦਾ? ਅਸੀਂ ਜਿਹੜੀ ਗੱਲ ਤੁਹਾਡੇ ਨਾਲ ਕਰ ਰਹੇ, ਔਨ ਰਿਕਾਰਡ ਹੈ ਜੀ, ਅਸੀਂ ਜਿਹੜੀ ਗੱਲ ਕਰ ਰਹੇ ਹਾਂ ਤੱਥਾਂ ਦੇ ਆਧਾਰ ਤੇ ਕਰ ਰਹੇ ਹਾਂ। ਕਿੰਨੀਆਂ ਬੱਸਾਂ ਕਿਹੜੇ ਮੈਂ ਹੋਲਡ ਕਰੋ ਜੀ, ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਜਿੰਨੀਆਂ ਵੀ ਸਰਕਾਰੀਆਂ ਸਾਰੀ ਇੱਕਮ ਨਹੀਂ। ਹਾਂਜੀ ਇੱਕ ਮਿੰਟ ਬਾਈ, ਬੱਸਾਂ ਦੱਸ ਲੈਣ ਦਿਓ ਬਾਈ ਜੀ। ਅੱਜ ਦੀ ਡੇਟ 'ਚ ਜੀ ਟੋਟਲ ਬਾਦਲਸ ਕੋਲੇ ਹੈਗੀਆਂ 329 ਬੱਸਾਂ ਜੀ। ਤੁਸੀਂ ਸਹੀ ਬੋਲ ਰਹੇ ਹੋ ਬਾਈ ਜੀ, ਤੁਹਾਨੂੰ ਦੇ ਰਹੇ ਆ ਜੀ, ਤੁਸੀਂ ਵੈਰੀਫਾਈ ਕਰੋ ਜੀ। ਗਲਤ ਨਿਕਲੇ ਸਾਨੂੰ ਫੜ ਲਿਓ। ਇੱਕ ਸੈਕਿੰਡ ਸਰ, ਔਨ ਰਿਕਾਰਡ ਹੈ, ਆਫ ਰਿਕਾਰਡ ਵੀ ਬੱਸਾਂ ਚੱਲਦੀਆਂ ਨਹੀਂ ਜੀ, ਕੋਈ ਨਹੀਂ ਚੱਲਦੀ ਜੀ, ਪਰਮਿਟ ਤੇ ਨੇ ਜੀ। ਬਾਈ ਜੀ ਹੁਣ ਉਹ ਤਾਂ ਕਹੀ ਜਾਣ ਜੀ, ਕੁਝ ਤਾਂ ਕਹਿਣਾ ਹੀ ਆ ਉਹਨਾਂ ਨੇ ਜੀ। ਜਿਹੜਾ ਹੁਣ ਉਹਨਾਂ ਨੇ ਇੱਕ ਸਰ ਉਹ ਮਾਫੀਆ, ਨਵੀਂ ਸਰਕਾਰ ਆ ਗਈ, ਨਵੀਂ ਸਰਕਾਰ ਨੇ ਵੀ ਨਹੀਂ ਸੁਣੀ ਤੁਹਾਡੀ? ਨਹੀਂ ਸੁਣੀ ਜੀ, ਹਜੇ ਤੱਕ ਤਾਂ ਨਹੀਂ ਸੁਣੀ। ਅਸੀਂ ਤਾਂ ਬੇਨਤੀ ਕਰਨ ਨੂੰ ਬੈਠੇ ਹਾਂ ਸਰਕਾਰ ਨੂੰ। ਨਵੀਂ ਸਰਕਾਰ ਨੂੰ ਮਿਲੇ ਆ ਜੀ, ਟਰਾਂਸਪੋਰਟ ਮਿਨਿਸਟਰ ਸਾਹਿਬ ਨੂੰ ਮਿਲੇ ਆ ਜੀ, ਉਹਨਾਂ ਨੂੰ ਰਿਕੁਐਸਟ ਕੀਤੀ ਜੀ, ਮੈਮੋਰੈਂਡਮ ਦਿੱਤਾ ਵੀ ਸਾਡੇ ਤੇ ਦਰਿਆ ਦਿਲੀ ਵਿਖਾਓ ਜੀ, ਅਸੀਂ ਤੁਹਾਡੇ ਕਮਾਊ ਪੁੱਤ ਹੈ, ਅਸੀਂ ਤੁਹਾਨੂੰ ਟੈਕਸ ਦਿੰਨੇ ਆ ਜੀ। ਕੱਲਾ ਮੋਟਰ ਵਹੀਕਲ ਟੈਕਸ ਨਹੀਂ ਦਿੰਦੇ ਜੀ, ਡੀਜ਼ਲ ਤੇ ਵੈਟ ਦਿੰਨੇ ਆ ਜੀ, ਠੀਕ ਹੈ ਜੀ। ਫਿਰ ਸਪੇਅਰ ਪਾਰਟ ਆ ਗਿਆ, ਟਾਇਰ ਆ ਗਿਆ, ਅਸੀਂ ਜਿਹੜੀ ਚੀਜ਼ ਲੈਨੇ ਆ ਜੀ ਉਹਦੇ ਤੇ ਸਰਕਾਰ ਨੂੰ ਟੈਕਸ ਜਾਂਦਾ ਜੀ। ਬੱਸਾਂ ਦਾ ਕਿੰਨੇ ਕਿ ਇਹ ਸੰਭਵ ਹੈਗਾ ਕਿ ਇੱਕੋ ਨੰਬਰ ਦੀਆਂ ਜਮਾ ਸੰਭਵ ਨਹੀਂ ਜੀ ਕਈ ਪਾਸੇ ਚੱਲ ਗਈਆਂ ਬਾਈ ਜਾਂ ਜੀ। ਦੋ ਚੱਲ ਗਈਆਂ। ਬਾਈ ਜੀ ਬੱਸ ਤੇ ਟੈਕਸ ਹੀ ਹੈ ਨਹੀਂ ਜੀ, ਅਸੀਂ ਕਮਲੇ ਆ ਜੀ। ਇੱਕ ਨੰਬਰ ਤੇ ਚਾਰਜ ਦੀ ਲੋੜ ਨਹੀਂ ਹੈ ਸਾਨੂੰ। ਕੀ ਲੋੜ ਹੈ ਜੀ? ਬੰਦਾ ਗਲਤ ਕੰਮ ਤਾਂ ਹੀ ਕਰੂ ਨਾ ਜੀ ਜੇ ਕੋਈ ਚੋਰੀ ਕਰਨੀ ਆ ਜੀ। ਉੱਥੇ ਚੋਰੀ ਦਾ ਮਸਲਾ ਹੀ ਕੋਈ ਨਹੀਂ। ਸਰਕਾਰ ਨੇ ਵਾਅਦਾ ਕੀਤਾ ਸੀ ਵੀ ਆਮ ਲੋਕਾਂ ਦੀ ਸਰਕਾਰ ਹੈ, ਹਰੇਕ ਬੰਦੇ ਦੀ ਗੱਲ ਸੁਣੀ ਜਾਊਗੀ, ਤੁਸੀਂ ਕਹਿੰਦੇ ਤੁਹਾਡੀ ਸੁਣਵਾਈ ਨਹੀਂ ਹੁੰਦੀ। ਸਾਨੂੰ ਉਮੀਦ ਹੈ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਾਡੀ ਆਪਦੀ ਸਰਕਾਰ ਹੈ, ਸਾਡੀ ਸੁਣਵਾਈ ਕਰਨਗੇ। ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਪੈ ਗਈ? ਬਾਈ ਜੀ ਪ੍ਰੈਸ ਕਾਨਫਰੰਸ ਦੀ ਲੋੜ ਤਾਂ ਪੈ ਗਈ, ਸਾਨੂੰ ਮਾਫੀਆ ਬਣਾਤਾ ਜੀ। ਬਾਈ ਜੀ ਪਿਛਲੇ ਮੰਤਰੀ ਸਾਹਿਬ ਨੇ ਪੋਲੀਟੀਕਲ ਏਜੰਡੇ ਦੇ ਤਹਿਤ ਬਣਾਇਆ ਜੀ ਵੋਟਾਂ ਲੈਣ ਨੂੰ। ਗੱਲ ਨਹੀਂ ਸੁਣੀ ਜਾਂਦੀ ਤਾਂ ਕੀ ਕਰੋਗੇ ਸਰ? ਹਾਂਜੀ, ਗੱਲ ਨਹੀਂ ਸੁਣੀ ਜਾਂਦੀ ਤਾਂ ਕੀ ਕਰੋਗੇ? ਬਾਈ ਜੀ ਅਸੀਂ ਤਾਂ ਬੇਨਤੀ ਕਰਨੀ ਆ, ਸਰਕਾਰ ਮੂਹਰੇ ਹੱਥ ਜੋੜ ਕੇ ਬੇਨਤੀ ਕਰੀ ਜਾਂਦੇ ਆ ਵੀ ਸਾਡੀ ਸੁਣਵਾਈ ਕਰ ਦਿਓ। ਕਿਉਂ ਮਾਰਦੇ ਹੋ ਸਾਨੂੰ? ਕਿਉਂਕਿ ਇਕੱਲੇ ਅਸੀਂ ਨਹੀਂ ਜੀ, ਹਰ ਇੱਕ ਬੱਸ ਮਗਰ ਨਾ ਜੀ, ਇੱਕ ਬੱਸ ਮਗਰ 5 ਜਾਣੇ ਜੁੜੇ ਹੋਏ ਆ ਜੀ। ਮਾਲਕਾਂ ਨੂੰ ਤਾਂ ਪਾਸੇ ਛੱਡ ਦਿਓ, ਸਾਨੂੰ ਓਨਰਸ ਨੂੰ 5 ਜਾਣਿਆਂ ਦੇ ਪਰਿਵਾਰ ਨੇ ਜੀ। ਕਿਉਂ ਮਾਰਦੇ ਹੋ ਜੀ? ਅਸੀਂ ਤਾਂ ਤੁਹਾਨੂੰ ਟੈਕਸ ਹੀ ਦਿੰਨੇ ਆ ਜੀ। ਅੱਛਾ ਕੱਲਾ ਟੈਕਸ ਨਹੀਂ ਦਿੰਦੇ, ਹਰ ਇੱਕ ਚੀਜ਼ ਤੇ ਸਰਕਾਰ ਨੂੰ ਸਾਡੇ ਤੋਂ ਟੈਕਸ ਆਉਂਦਾ ਜੀ। ਇੱਕ ਚੀਜ਼ ਹੋਰ ਸੁਣੋ ਸਰ, ਸਾਡੀ ਬੱਸ ਚੱਲੇ, ਸਾਡੀ ਬੱਸ ਨਾ ਚੱਲੇ, ਮੀਂਹ ਆਵੇ, ਹਨੇਰੀ ਆਵੇ, ਠੰਡ ਹੋਵੇ, ਗਰਮੀ ਹੋਵੇ, ਸਾਡੇ ਤੋਂ ਸਰਕਾਰ, ਸਵਾਰੀ ਬੈਠੇ ਨਾ ਬੈਠੇ, ਸਰਕਾਰ ਨੇ ਸਾਡੇ ਤੋਂ ਟੈਕਸ ਲੈਣਾ ਹੀ ਲੈਣਾ। ਕਿੰਨੀਆਂ ਬੱਸਾਂ ਨੇ ਜੀ ਪ੍ਰਾਈਵੇਟ? ਬਾਈ ਜੀ 329 ਬੱਸਾਂ ਟੋਟਲ ਬਾਦਲਸ ਕੋਲੇ,
ਤੇ 2171 ਬੱਸਾਂ ਬਾਦਲਸ ਤੋਂ ਇਲਾਵਾ ਪ੍ਰਾਈਵੇਟ ਆਪਰੇਟਰਸ ਕੋਲ ਆਮ ਨੇ ਜੀ, ਸਾਡੇ ਵਰਗੇ ਅਸੀਂ ਸਾਰੇ ਬੈਠੇ ਆ ਜੀ। ਤੇ ਪੀਆਰਟੀਸੀ ਕੋਲੇ ਹੈਗੀਆਂ ਜੀ 1049 ਬੱਸਿਸ, ਪੰਜਾਬ ਰੋਡਵੇਜ਼ ਕੋਲੇ ਹੈਗੀਆਂ ਜੀ 1650 ਬੱਸਿਸ, ਟੋਟਲ 5200 ਬੱਸ ਹੈ ਜੀ ਪੰਜਾਬ 'ਚ। ਪੰਜਾਬ ਨੂੰ ਜਿਹੜੇ ਸਵਾਰੀਆਂ ਨੂੰ ਸਹੀ ਸਹੂਲਤ ਦੋਨਾਂ ਨਾਲ ਮਿਲਦੀ ਹੈ ਕਿ ਜੇ ਕੱਲੀਆਂ ਪ੍ਰਾਈਵੇਟ ਚੱਲ ਜਾਣ ਜਾਂ ਕੱਲੀਆਂ ਸਰਕਾਰੀ ਚੱਲ ਜਾਣ, ਕਿਵੇਂ? ਨਹੀਂ ਜੀ, ਸਾਰਿਆਂ ਨਾਲ ਸਹੂਲਤ ਮਿਲਦੀ ਹੈ ਜੀ। ਭਾਜੀ ਜਿਹੜੇ ਬਾਦਲ ਤੋਂ ਇਲਾਵਾ ਤੁਸੀਂ ਗਏ ਆ ਉਹਨਾਂ ਵਿੱਚ ਮੇਨ ਹੋਰ ਕਿਹਦੇ ਕੋਲ ਸਭ ਤੋਂ ਜ਼ਿਆਦਾ ਬੱਸਾਂ? ਬਾਈ ਜੀ ਉਹ ਤਾਂ ਸਿਸਟਮ ਦੇ ਹਿਸਾਬ ਨਾਲ ਹੈ ਜੀ, ਪੁਰਾਣੀਆਂ ਕੰਪਨੀਆਂ, ਮੇਰੀ ਕੰਪਨੀ 1937 ਦੀ ਹੈ ਜੀ, ਤੁਹਾਡੀ ਕਿਹੜੀ ਕੰਪਨੀ? ਮਾਲਵਾ ਬੱਸ ਸਰਵਿਸ ਜੀ। ਮੇਰੇ ਕੋਲੇ ਮੇਰੇ ਗਰੁੱਪ 'ਚ ਹੈਗੀਆਂ ਜੀ ਅਰਾਊਂਡ 50 ਜੀ। ਐਦਾਂ ਹੀ ਜਿਵੇਂ 329 ਤੋਂ ਬਾਅਦ ਸੈਕਿੰਡ ਬੰਦਾ ਕਮਾਉਣਾ ਪੈਣਾ ਬਾਈ ਜੀ ਐਂ ਤਾਂ ਹੁਣ ਅਸੀਂ ਕਾਊਂਟਿੰਗ ਕੀਤੀ ਨਹੀਂ ਜੀ, ਤੁਹਾਡੇ ਕੋਲ ਡਾਟਾ ਜੀ? ਡਾਟਾ ਹੈਗਾ ਜੀ, ਬਟ ਹੁਣ ਉਹ ਕੱਲੀ ਦੀ ਲਿਸਟ ਕਹੋਗੇ ਤੁਹਾਨੂੰ ਉਹ ਵੀ ਦੇ ਦਿਆਂਗੇ। ਸਰਕਾਰ ਕਹਿੰਦੀ ਸੀ ਅਸੀਂ ਮਾਫੀਆ ਰਾਜ ਕਰਕੇ ਰੈਂਕ ਇਕੱਠਾ ਕਰਾਂਗੇ ਤੇ ਲੋਕਾਂ ਨਾਲ ਵਾਅਦੇ ਪੂਰੇ ਕਰਾਂਗੇ। ਰੇਤ ਮਾਫੀ ਦੀ ਗੱਲ ਕੱਲ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਕੀਤੀ ਹੈ, ਟਰਾਂਸਪੋਰਟ ਮਾਫੀ ਦਾ ਤੁਸੀਂ ਕੀਤੀ ਆ, ਜੇ ਮਾਫੀਆ ਹੈ ਹੀ ਨਹੀਂ ਸਰਕਾਰ ਨੇ ਰੋਲਾ ਕਰਨਾ ਪਾਇਆ। ਜਿਹੜੇ ਮਾਫੀਆ ਵਰਡ ਕਿੱਥੋਂ ਆਇਆ? ਬਾਈ ਜੀ ਵਰਡ ਇਹੀ ਤਾਂ ਅਸੀਂ ਕੁਐਸਚਨ ਕਰ ਰਹੇ ਹਾਂ ਜੀ। ਮਾਫੀਆ ਵਰਡ ਜੀ ਪਿਛਲੇ ਮੰਤਰੀ ਸਾਹਿਬ ਸੀ ਜਿਹੜੇ ਰਾਜਾ ਵੜਿੰਗ ਜੀ, ਉਹਨਾਂ ਨੇ ਆਪਦਾ ਪੋਲੀਟੀਕਲ ਗੇਮਸ ਲੈਣ ਦੇ ਖਾਤਰ ਉਹਨਾਂ ਨੇ ਸਾਰੀ ਆ ਪ੍ਰੋਪੇਗੈਂਡਾ ਚਲਾਇਆ ਵੀ ਇਹ ਮਾਫੀਆ ਜੀ। ਉਸ ਤੋਂ ਪਹਿਲਾਂ ਕੋਈ ਮਾਫੀਆ ਨਹੀਂ, ਤੁਸੀਂ ਕੱਢ ਲਓ ਜੀ, ਕੋਈ ਰਿਕਾਰਡਿੰਗ ਕੱਢ ਲਓ ਕਿਸੇ ਕਿਸਮ ਦਾ, ਕੱਢ ਲਓ ਵੀ ਕਿਤੇ ਮਾਫੀਆ ਹੋਵੇ। ਇੱਕ ਪਰਮਿਟ ਤੇ ਕੋਈ ਬੱਸ ਚੱਲਦੀ ਹੈ ਬਾਈ ਜੀ ਇੱਕੋ ਬੱਸ ਚੱਲਦੀ ਹੈ। ਜਿਹੜੇ ਐਕਸਟਰਾ ਬੱਸਾਂ ਚੱਲਦੀਆਂ ਹੋਣਗੀਆਂ ਉਹਦੇ ਤੇ ਬਾਈ ਜੀ ਐਕਸਟਰਾ, ਬੋਰਡ ਕੀਤਾ ਬਾਈ ਜੀ ਬੇਨਤੀ ਸੁਣੋ, ਬੇਨਤੀ ਸੁਣੋ। ਸਰ ਉਸ ਚੀਜ਼ ਦਾ ਵੈਲਕਮ ਕਰੋਗੇ? ਹਾਂਜੀ ਬਿਲਕੁਲ ਕਰਾਂਗੇ ਜੀ। ਬਾਈ ਜੀ ਬੇਨਤੀ ਸੁਣੋ ਤੁਸੀਂ, ਸਰ ਇੱਕ ਮਿੰਟ ਜੀ। ਲੁਧਿਆਣਾ ਸ਼ਹਿਰ ਦੇ ਵਿੱਚ ਹੀ ਸਾਡੇ ਕੋਲ ਫੋਟੋਗ੍ਰਾਫਸ ਹੈਗੀਆਂ ਹੈ, ਸਾਡੇ ਕੋਲ ਸਰ proof ਹੈਗੇ ਹੈ ਕਿ ਇੱਕ ਪਰਮਿਟ ਤੇ 4 ਬੱਸਾਂ ਨਹੀਂ ਸਰ ਨਹੀਂ, ਮੈਂ ਬੇਨਤੀ ਸੁਣੋ ਸਰ। ਮੈਂ ਦੱਸਦਾ ਜੀ, ਮੈਂ ਦੱਸਦਾ ਸਾਰਾ ਦੱਸਦਾ। ਇੱਕ ਮਿੰਟ ਸਰ ਜਿਹੜੀ ਗਲਤ ਪਾਈ ਜਾਂਦੀ ਫੜ ਕੇ ਬੰਦ ਕਰੋ ਜੀ, ਫੜ ਕੇ ਬੰਦ ਕਰ ਦੇਣ ਜੀ ਅਫਸਰ।